ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ। ਦੇ ਕੰਨ ਸੁਣਹੁ ਅਰਦਾਸ ਜੀਓ। ਠੋਕ ਬਜਾਏ ਸਭ ਡਿਠੀਆ। ਤੁਸ ਆਪੇ ਲਇਨ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ। ਪੈ ਕੋਇ ਨ ਕਿਸੈ ਰਜਾਨ ਦਾ। ਸਭ ਸੁਖਾਲੀ ਬੁੱਠੀਆ। ਇਹੋ ਹੋਆ ਹਲੀਮੀ ਰਾਜ ਜੀਓ। ਝਿਮ ਝਿਮ ਅੰਮ੍ਰਿਤ ਵਰਸਦਾ। ਬੋਲ ਆਇਆ ਬੋਲੀ ਖਸਮ ਦਾ। ਬਹੁ ਮਾਣ ਕੀਆ ਤੁਧ ਉਪਰੇ। ਤੂੰ ਆਪੇ ਪਾਏ ਥਾਏ ਜੀਓ। ਤੇਰਿਆਂ ਭਗਤਾਂ ਭੁਖ ਸਦ ਤੇਰੀਆ। ਹਰ ਲੋਚਾ ਪੂਰਨ ਮੇਰੀਆ। ਦੇਹੋ ਦਰਸ ਸੁਖ ਦਾਤਿਆ। ਮੈਂ ਗਲ ਵਿੱਚ ਲਹੋ ਮਿਲਾਏ ਜੀਓ। ਤੁਧ ਜੀਵੜ ਅਵਰ ਨਾ ਭਾਲਿਆ। ਤੂੰ ਦੀਪ ਲੋ ਪਿਆਲਿਆ। ਤੂੰ ਥਾਨ ਥਨੰਤਰ ਰਵ ਰਹਿਆ। ਨਾਨਕ ਭਗਤਾਂ ਸੱਚ ਆਧਾਰ ਜੀਓ। ਹਉ ਗੋਸਾਈ ਦਾ ਪਹਿਲਵਾਨੜਾ। ਮੈਂ ਗੁਰ ਮਿਲ ਉਚ ਦੁਮਾਲੜਾ। ਸਭ ਹੋਈ ਸਿੰਜ ਇਕੱਠੀਆ। ਦਈਓ ਬੈਠਾ ਵੇਖੈ ਆਪ ਜੀਓ। ਬਾਤ ਵੱਜਣ ਟਮਕ ਭੇਰੀਆ। ਮਲ ਲੱਥੇ ਲੈਂਦੇ ਫੇਰੀਆ। ਨਿਹਤੇ ਪੰਜ ਜੁਆਨ ਮੈਂ। ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ। ਘਰ ਜਾਸਨ ਬਾਟ ਵਟਾਇਆ। ਗੁਰਮੁਖ ਲਾਹਾ ਲੈ ਗਏ। ਮਨ ਮੁਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚਿਹਨਾ ਬਾਹਰਾ। ਹਰ ਦਿਸਹਿ ਹਾਜ਼ਰ ਜਾਹਰਾ। ਸੁਣ ਸੁਣ ਤੁਝੈ ਧਿਆਏ ਦੇ। ਤੇਰੇ ਭਗਤ ਰਤੇ ਗੁਣਤਾਸ ਜੀਓ। ਮੈਂ ਜੁਗ ਜੁਗ ਦਈਐ ਸੇਵੜੀ। ਗੁਰ ਕੱਟੀ ਮਹਿੰਡੀ ਜੇਵੜੀ। ਹਉ ਬਾਹੜ ਸਿੰਜ ਨਾ ਨਚਊ। ਨਾਨਕ ਅਵਸਰ ਲੱਦਾ ਭਾਲ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ। ਘਰ ਪਹਿਲਾ। ਪਹਿਲੇ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ। ਹੁਕਮ ਭਇਆ ਗਰਭਾਸ। ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਖਸਮ ਸੇਤੀ ਅਰਦਾਸ। ਪਹਿਲੇ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ।
ਹੁਕਮ ਪਇਆ ਗਰਬਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿਤਰਾ। ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ। ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਭੀਤਰ। ਬਾਹੜ ਜਾਸੀ ਨੰਗਾ। ਜੈਸੀ ਕਲਮ ਬੁੜੀ ਹੈ ਮਸਤਕ। ਤੈਸੀ ਜੀਅੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ। ਹੁਕਮ ਪਇਆ ਗਰਬਾਸ। ਜੈਸੀ ਕਲਮ ਬੁੜੀ ਹੈ ਮਸਤਕ। ਤੈਸੀ ਜੀਅੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ। ਹੁਕਮ ਪਇਆ ਗਰਬਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਜੀ ਨੇ ਗਿਆਨ ਗੁਰੂ ਜੀ ਦੇ 74ਵੇਂ ਅੰਗ ਦਾ ਪਾਠ ਸਰਵਣ ਕੀਤਾ ਹੈ, ਜਿਸ ਦੇ ਵਿੱਚ ਆਪਾਂ ਨੂੰ ਇਹ ਗਿਆਨ ਪ੍ਰਾਪਤ ਹੋਇਆ ਕਿ ਦੇਖੋ, ਜਿਵੇਂ ਸੰਸਾਰ ਦੇ ਅੰਦਰ ਪਹਿਲਾਂ ਪਹਿਲਵਾਨਾਂ ਦੇ ਅਖਾੜੇ ਅੱਜ ਵੀ ਲੱਗਦੇ ਨੇ, ਹੁਣ ਵੀ ਲੱਗਦੇ ਨੇ। ਪਹਿਲਾਂ ਜ਼ਿਆਦਾ ਜਿਹੜਾ ਮਾਹੌਲ ਸੀਗਾ ਅਖਾੜਿਆਂ ਦਾ, ਜਿਹਦੇ ਵਿੱਚ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਸੀ ਅਤੇ ਕੁਸ਼ਤੀ ਦੇ ਮੁਕਾਬਲੇ ਹੁੰਦੇ ਸਨ। ਸਾਧ ਸੰਗਤ ਜੀ, ਉਹ ਅਖਾੜਿਆਂ ਦੇ ਵਿੱਚ ਜਦੋਂ ਪਹਿਲਵਾਨ ਕੁਸ਼ਤੀ ਕਰਦੇ ਸਨ, ਉਸ ਤੋਂ ਬਾਅਦ ਜਦੋਂ ਕੋਈ ਜਿੱਤਦਾ ਸੀ, ਉਦੋਂ ਆਲੇ ਦੁਆਲੇ ਨਫੀਰੀਆਂ, ਢੋਲ, ਨਗਾਰੇ, ਡੱਗੇ ਆਦਿਕ ਵੱਜਦੇ ਸਨ, ਕਿਉਂਕਿ ਜਿੱਤਣ ਵਾਲੇ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਨਾਮ ਦਿੱਤਾ ਜਾਂਦਾ ਸੀ। ਅਤੇ ਉਹ ਜਿਹੜਾ ਉਹਦਾ ਦਮਾਲਾ ਹੁੰਦਾ ਸੀ, ਪੱਗ ਜਿਹਨੂੰ ਆਪਾਂ ਕਹਿੰਦੇ ਹਾਂ ਟੁਰਲੇ ਵਾਲੀ, ਉਹ ਉੱਚੀ ਹੁੰਦੀ ਸੀ। ਜਿਹੜੇ ਸਾਧ ਸੰਗਤ ਜਿਹੜੇ ਜਿੱਤ ਜਾਂਦੇ ਸੀ, ਉਹਨਾਂ ਦੀ ਪੱਗ ਦਮਾਲਾ ਸੀਗਾ ਜਿਹੜਾ, ਉਹ ਉੱਚਾ ਹੁੰਦਾ ਸੀਗਾ, ਤੁਰਲੇ ਵਾਲਾ। ਸੋ ਬਾਕੀ ਸਾਧ ਸੰਗਤ ਜੀ ਫਿਰ ਜਿਹੜੇ ਹਾਰ ਜਾਂਦੇ ਸੀ, ਉਹਨਾਂ ਦਾ ਵੀ ਹੌਸਲਾ ਅਫਜ਼ਾਈ ਲੋਕ ਕਰਦੇ ਸਨ। ਸੋ ਇਸੇ ਪ੍ਰਕਾਰ ਸੰਸਾਰ ਦੇ ਵਿੱਚ ਕੀ ਆ ਸਾਧ ਸੰਗਤ ਜੀ, ਕਿ ਭੱਜ ਦੌੜ ਦੀਆਂ, ਰੋਣੇ ਧੋਣੇ ਦੀਆਂ ਆਵਾਜ਼ਾਂ ਕਿੰਨੀਆਂ ਆਉਂਦੀਆਂ ਨੇ ਸੰਸਾਰ ਦੇ ਵਿੱਚੋਂ। ਨਾਨਾ ਪ੍ਰਕਾਰ ਦਾ ਗਿਆਨ, ਫਿਰ ਰੋਣਾ ਕਰਲਾਉਣਾ, ਦੁੱਖ ਦਰਦ, ਝਗੜੇ ਝਮੇਲੇ ਆਦਿਕ ਕਿੰਨੀਆਂ ਆਵਾਜ਼ਾਂ ਆਪਾਂ ਨੂੰ ਸੁਣਾਈ ਦਿੰਦੀਆਂ ਨੇ। ਇਹ ਸੰਸਾਰ ਦੇ ਵਿੱਚੋਂ ਸਾਧ ਸੰਗਤ ਜੀ ਕਈ ਆਪਣੇ ਜੀਵਨ ਦੀ ਜਿਹੜਾ ਸੁਚੱਜਾ ਜੀਵਨ ਕਰਕੇ ਜਾਂਦੇ ਨੇ, ਅਤੇ ਕਈ ਉਹ ਜੀਵਨ ਨੂੰ ਸੁਚਾਰ ਨਹੀਂ ਕਰ ਪਾਉਂਦੇ। ਰੋਣੇ ਧੋਣੇ ਦੇ ਵਿੱਚ ਹੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਕੇ ਚਲੇ ਜਾਂਦੇ ਨੇ। ਸੋ ਇਸ ਕਰਕੇ ਅੱਜ ਦੀ ਵਿਚਾਰ ਦੇ ਵਿੱਚ, ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ, ਸਭ ਹੋਈ ਸਿੰਝ ਇਕੱਠੀਆ, ਦਈਓ ਬੈਠਾ ਵੇਖਿਆ ਆਪ ਜੀਓ। ਪਰਮੇਸ਼ਵਰ ਵੇਖਦਾ ਸੰਸਾਰ ਨੂੰ। ਬਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਨਿਹਤੇ ਭਾਵ ਕਿ ਜਿਹੜੇ ਪੰਜ ਜਵਾਨ ਆਪਾਂ ਕਹਿੰਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਆਵਾਜ਼ਾਂ ਵੀ ਆਪਾਂ ਨੂੰ ਸੁਣਾਈ ਦਿੰਦੀਆਂ ਨੇ। ਗਿਆਨ ਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਸਮਝ ਲਿਆ ਵੀ ਇਹ ਕੀ ਹੈ, ਇਹਨਾਂ ਦਾ ਪ੍ਰਭਾਵ ਕੀ ਹੈ।
ਇਹ ਕਿਉਂਕਿ ਗਿਆਨ ਗੁਰੂ ਜੀ ਦੀ ਸਮਝ ਤੋਂ ਬਿਨਾਂ ਸਾਧ ਸੰਗਤ ਜੀ ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ। ਜਿਵੇਂ ਸੰਸਾਰ ਦੇ ਵਿੱਚ ਪਹਿਲਵਾਨ ਕੋਈ ਜਿੱਤ ਕੇ ਚਲੇ ਜਾਂਦਾ ਅਤੇ ਕੋਈ ਹਾਰ ਕੇ ਚਲੇ ਜਾਂਦਾ, ਇਸੇ ਤਰ੍ਹਾਂ ਇਹ ਜੀਵਨ ਆ ਸਾਧ ਸੰਗਤ ਜੀ। ਕਿੰਨੇ ਲੋਕ ਨੇ ਜਿਹੜੇ ਘੱਟ ਮਾਇਆ ਹੁੰਦਿਆਂ ਹੋਇਆਂ ਵੀ ਸੋਹਣਾ ਜੀਵਨ ਬਤੀਤ ਕਰਕੇ ਚਲੇ ਜਾਂਦੇ ਨੇ, ਅਤੇ ਕਿੰਨੇ ਐਸੇ ਲੋਕ ਨੇ ਸਾਧ ਸੰਗਤ ਜੋ ਬਹੁਤੀ ਮਾਇਆ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਜੀਵਨ ਆ ਰੋਣੇ ਕੁਰਲਾਉਣੇ ਦੇ ਵਿੱਚ ਹੀ ਬਤੀਤ ਕਰਕੇ ਚਲੇ ਜਾਂਦੇ ਨੇ, ਕਿਉਂਕਿ ਉਹ ਜੀਵਨ ਜੀਣ ਦਾ ਸ੍ਰੇਸ਼ਟ ਮਹਾਨ ਢੰਗ ਨਹੀਂ ਸਿੱਖਦੇ। ਅਤੇ ਕਿੰਨੇ ਜੀਵਨ ਨੇ ਸਾਧ ਸੰਗਤ ਜੀ ਉਹ ਜੀਵਨ ਜਾਂਤ ਨੂੰ ਸਿੱਖ ਕੇ, ਹੁਣ ਪੈਸਾ ਹੀ ਆ ਸਾਧ ਸੰਗਤ ਜੀ, ਪੈਸਾ ਕੀ ਹੈ, ਕਾਗਜ਼ ਨੇ। ਬਸ ਦੁਨਿਆਵੀ ਸਿਸਟਮ ਜਿਹੜਾ ਐਸਾ ਬਣ ਚੁੱਕਿਆ ਵੀ ਇਹ ਕਾਗਜ਼ਾਂ ਦੇ ਕਰਕੇ ਇੰਨੀ ਭੱਜ ਦੌੜ ਜਿਹੜੀ ਹੋ ਰਹੀ ਹੈ, ਘਾਟ ਵਾਧ ਹੋ ਰਹੀ ਹੈ, ਇਹ ਪੈਸੇ ਕਰਕੇ ਭੱਜਿਆ ਫਿਰਦਾ ਇਨਸਾਨ। ਦੇਸ਼ ਛੱਡ ਕੇ ਪ੍ਰਦੇਸ਼ਾਂ ਵਿੱਚ ਕਿਉਂ ਜਾਂਦੇ ਆਪਾਂ? ਸਹੂਲਤਾਂ ਵਾਸਤੇ, ਮਾਇਆ ਵਾਸਤੇ। ਸਹੂਲਤਾਂ ਜਿੱਥੇ ਵੱਧ ਨੇ ਉੱਥੇ ਆਪਾਂ ਜਾਣਾ ਪਸੰਦ ਕਰਦੇ ਹਾਂ। ਸੋ ਜਿੱਥੇ ਨਹੀਂ ਸਹੂਲਤਾਂ ਹੈਗੀਆਂ ਉੱਥੇ ਕੋਈ ਵੀ ਸਾਧ ਸੰਗਤ ਜੀ ਰਹਿਣਾ ਨਹੀਂ ਚਾਹੁੰਦਾ, ਮਜਬੂਰੀਆਂ ਕਾਰਨ ਹੀ ਲੋਕ ਰਹਿੰਦੇ ਨੇ। ਸੋ ਇਸ ਕਰਕੇ ਅੱਜ ਦੀ ਵਿਚਾਰ ਦੇ ਵਿੱਚ ਇਹ ਹੈ ਵੀ ਕੋਈ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਨੇ ਅਤੇ ਕੋਈ ਜੀਵਨ ਦੀ ਬਾਜੀ ਜਿਹੜੀ ਹੈ ਉਹ ਹੱਸਦੇ ਖੇਡਦੇ ਬਤੀਤ ਕਰਕੇ ਚਲੇ ਜਾਂਦੇ ਨੇ, ਅਤੇ ਕਈ ਜੀਵਨ ਦੀ ਬਾਜੀ ਹੈ ਜਿਹੜੀ ਉਹ ਰੋਣ ਧੋਣ, ਲੜਾਈ ਝਗੜਿਆਂ ਆਦਿ ਦੇ ਵਿੱਚ ਬਤੀਤ ਕਰਕੇ ਚਲੇ ਜਾਂਦੇ ਨੇ। ਸੋ ਅੱਜ ਦੀ ਵਿਚਾਰ ਦੇ ਵਿੱਚ ਵਿਸ਼ੇਸ਼ ਹੈ, ਨਿਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਇਹ ਪੰਜ ਜਵਾਨ ਇੱਥੇ ਕਿਹਾ ਸਾਧ ਸੰਗਤ ਜੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਕਿੰਨੇ ਹੋ ਗਏ? ਪੰਜ ਹੋ ਗਏ। ਇਹਨੂੰ ਸਮਝਦੇ ਨੇ ਸਾਧ ਸੰਗਤ ਜੀ। ਇੱਕ ਤਾਂ ਹੁੰਦਾ ਕਾਮ। ਕਾਮ ਜਦੋਂ ਮਰਿਆਦਾ ਤੋਂ ਬਾਹਰ ਚਲਿਆ ਜਾਵੇ ਉਦੋਂ ਸਾਧ ਸੰਗਤ ਜੀ ਦਾ ਨੁਕਸਾਨ ਹੁੰਦਾ, ਕਿਉਂਕਿ ਸਰੀਰਕ ਐਨਰਜੀ ਹੈ। ਮਰਿਆਦਾ ਤੋਂ ਬਾਹਰ ਚਲਿਆ ਜਾਵੇ, ਜਿੰਨਾ ਚਿਰ ਮਰਿਆਦਾ ਦੇ ਅੰਦਰ ਹੈ ਉਹਨਾਂ ਚਿਰ ਸਾਧ ਸੰਗਤ ਜੀ ਇਹਦੀ ਜਿਹੜਾ ਜੀਵਨ ਦਾ ਆਨੰਦ ਹੈ। ਕਿਉਂ? ਮਰਿਆਦਾ ਕੀ ਹੈ? ਮਰਿਆਦਾ ਇਹ ਹੁੰਦੀ ਜਿਸ ਨਾਲ ਪਰਿਵਾਰ ਨੇ ਸੰਬੰਧ ਜੋੜਤਾ, ਔਰਤ ਦਾ ਮਰਦ ਨਾਲ, ਮਰਦ ਦਾ ਔਰਤ ਦੇ ਨਾਲ। ਜਿੰਨਾ ਚਿਰ ਉਹ ਭਾਵੇਂ ਇੱਕ ਵਿਆਹ, ਭਾਵੇਂ ਦੋ ਹੈ, ਭਾਵੇਂ ਤਿੰਨ ਹੈ, ਪਰ ਜਿੰਨਾ ਚਿਰ ਉਹ ਮਰਿਆਦਾ ਦੇ ਅੰਦਰ ਆ, ਆਪਣੇ ਪਰਿਵਾਰ ਤੱਕ ਸੀਮਤ ਆ, ਉਹਨਾਂ ਚਿਰ ਤਾਂ ਸਾਧ ਸੰਗਤ ਜੀ ਜੀਵਨ ਦਾ ਆਨੰਦ ਬਣਿਆ ਰਹਿੰਦਾ ਹੈ। ਜਦੋਂ ਬੇਮਰਿਆਦਾ ਵਿੱਚ ਚਲਿਆ ਜਾਂਦਾ ਫਿਰ ਸਾਧ ਸੰਗਤ ਜੀ ਜਿਹੜਾ ਲੋਕਾਚਾਰੀ ਦੇ ਵਿੱਚ ਵੀ ਬਦਨਾਮੀ ਹੁੰਦੀ ਹੈ ਅਤੇ ਸਰੀਰ ਦੀ ਵੀ ਖੱਜਲ ਖੁਆਰੀ ਹੁੰਦੀ ਹੈ। ਸੋ ਇਸ ਕਰਕੇ ਕਾਮ ਜਿਹੜਾ ਹੈਗਾ ਹੈ, ਜਿਹਨੂੰ ਆਪਾਂ ਕਾਮ ਕਹਿੰਦੇ ਹਾਂ ਸਾਧ ਸੰਗਤ ਜੀ, ਸੈਕਸ ਕਹਿੰਦੇ ਹਾਂ, ਇਹ ਜਿੰਨਾ ਚਿਰ ਆਪਣੇ ਪਰਿਵਾਰ ਤੱਕ ਹੀ ਸੀਮਤ, ਆਪਣੀ ਪਤਨੀ ਤੱਕ ਸੀਮਤ, ਉਹਨਾਂ ਚਿਰ ਹੀ ਸਾਧ ਸੰਗਤ ਜੀ ਇਹਦਾ ਜਿਹੜਾ ਜੀਵਨ ਹੈ ਜਿਹੜਾ ਸੁਖਾਲਾ, ਸੁਖੈਨ, ਸਚਿਆਰਾਂ ਦਾ ਜੀਵਨ ਹੈ। ਅਤੇ ਦੂਸਰਾ ਹੈਗਾ ਕ੍ਰੋਧ। ਕ੍ਰੋਧ ਕੀ ਹੁੰਦਾ ਸਾਧ ਸੰਗਤ ਜੀ? ਆਪਾਂ ਨੂੰ ਕਿਸੇ ਨੇ ਕੋਈ ਗੱਲ ਕਹਿ ਦਿੱਤੀ, ਆਪਾਂ ਬਰਦਾਸ਼ਤ ਨਹੀਂ ਕਰ ਸਕਦੇ। ਉਹ ਗੱਲ ਨੂੰ ਜਾਣਨ ਵਾਸਤੇ ਨਿਮਰਤਾ ਹੋਣੀ ਬਹੁਤ ਜ਼ਰੂਰੀ ਆ। ਕ੍ਰੋਧ ਜਿਹੜਾ ਨਿਮਰਤਾ ਦੇ ਵਿੱਚ ਬਦਲੀ ਹੋ ਜਾਂਦਾ ਹੈ। ਉਦੋਂ ਬਾਅਦ ਆ ਗਿਆ ਕਹਿੰਦੇ ਲੋਭ ਹੈ ਜੀ। ਲੋਭ ਕਿਹਨੂੰ ਆ ਕਹਿੰਦੇ ਆ? ਲਾਲਚ ਨੂੰ। ਆਹ ਵੀ ਹੋ ਜਾਵੇ, ਆਹ ਵੀ ਮੇਰਾ, ਉਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ। ਜਿਵੇਂ ਕਹਿੰਦੇ ਸਹਿਸ ਖੱਟੇ ਲੱਖ ਕਉ ਉਠ ਧਾਵੈ। ਪਹਿਲਾਂ ਹਜ਼ਾਰਾਂ ਜੋੜੇ, ਜਦੋਂ ਹਜ਼ਾਰਾਂ ਜੋੜਨ ਲੱਗ ਗਏ ਫਿਰ ਆਪਾਂ ਕਹਿੰਦੇ ਲੱਖਾਂ ਪਤੀਆਂ 'ਚ ਸਾਡੀ ਗਿਣਤੀ ਆ ਜਾਵੇ। ਜਦੋਂ ਉਹਨਾਂ 'ਚ ਹੋ ਗਈ ਫਿਰ ਕਰੋੜਪਤੀਆਂ 'ਚ ਆ ਜਾਵੇ। ਐਂ ਕਰਕੇ ਉਹ ਜਿਹੜਾ ਸਾਧ ਸੰਗਤ ਜੀ ਲੋਭ ਹੈ, ਉਹ ਸੰਤੋਖ ਜੀਵਨ ਜਿੰਨਾ ਚਿਰ ਨਹੀਂ ਬਣਦਾ ਉਹਨਾਂ ਚਿਰ ਫਿਰ ਜੀਵਨ ਦਾ ਆਨੰਦ ਨਹੀਂ ਬਣਦਾ। ਲੋਭ ਕਿੱਥੇ ਨੂੰ ਆ ਜਾਂਦਾ? ਸੰਤੋਖੀ ਜੀਵਨ ਦੇ ਵਿੱਚ ਆਉਂਦਾ। ਜਿੰਨਾ ਘਾਲਿਆ, ਖੱਟਿਆ, ਕਮਾਇਆ
ਉਹਦੇ ਵਿੱਚ ਹੀ ਸ਼ੁਕਰਾਨਾ ਕਰਨਾ, ਅਤੇ ਉਹਦੇ ਵਿੱਚ ਹੀ ਜੇ ਆਪਣੇ ਕੋਲ ਮਾਇਆ ਵਧੀਕ ਹੈ ਤਾਂ ਲੋੜਵੰਦਾਂ ਦੀ ਆਪਾਂ ਕਹਿੰਦੇ ਹਾਂ ਮਦਦ ਕਰਨੀ। ਜਿਹੜਾ ਲੋਭ ਹੈ ਸੰਤੋਖ ਵਿੱਚ ਆ ਜਾਂਦਾ ਸਾਧ ਸੰਗਤ। ਮੋਹ ਮੇਰਾ ਹੁੰਦਾ, ਬਸ ਮੇਰਾ ਹੀ ਪਰਿਵਾਰ, ਮੇਰੇ ਹੀ ਪਰਿਵਾਰ ਦੀ ਦੇਖ ਰੇਖ ਹੋਣੀ ਚਾਹੀਦੀ ਹੈ, ਮੇਰਾ ਪਰਿਵਾਰ ਹੀ ਵਧੀਆ ਹੋਵੇ। ਮੋਹ ਨੂੰ ਸਾਧ ਸੰਗਤ ਜੀ ਪਿਆਰ ਦੇ ਵਿੱਚ ਬਦਲੀ ਕੀਤਾ ਜਾਂਦਾ। ਪਿਆਰ ਸਾਰਿਆਂ ਦੇ ਨਾਲ ਹੁੰਦਾ, ਕੁਦਰਤ ਦੇ ਨਾਲ ਪਿਆਰ ਹੁੰਦਾ, ਮੋਹ ਆਪਣਿਆਂ ਦੇ ਨਾਲ ਹੁੰਦਾ। ਇਹਨੂੰ ਮੋਹ ਕਹਿੰਦੇ ਨੇ। ਮੇਰੇ ਜਿਹੜਾ ਮੇਰਾ ਹੁੰਦਾ ਇਹ ਮੋਹ ਹੁੰਦਾ, ਜਿਹੜਾ ਤੇਰਾ ਹੁੰਦਾ ਇਹ ਪਿਆਰ ਹੁੰਦਾ। ਸੋ ਇਸ ਕਰਕੇ ਮੋਹ ਜਦੋਂ ਜੀਵ ਪਿਆਰ ਕਰਨ ਲੱਗ ਜਾਂਦਾ ਕੁਦਰਤ ਦੇ ਨਾਲ, ਫਿਰ ਉਹ ਜਿਹੜਾ ਮੋਹ ਦਾ ਦਾਇਰਾ ਹੁੰਦਾ ਸਾਧ ਸੰਗਤ ਜੀ ਉਹ ਟੁੱਟ ਜਾਂਦਾ। ਫਿਰ ਆ ਜਾਂਦਾ ਅਹੰਕਾਰ। ਮੇਰੀ ਨੂੰ ਸੱਟ ਵੱਜਣੀ, ਮੇਰੀ ਹੋਂਦ ਹੈ। ਜਿੰਨਾ ਚਿਰ ਮੇਰੀ ਹੋਂਦ ਆ, ਮੈਂ ਕਹਿਣਾ। ਆਪਾਂ ਬਹੁਤ ਕਹਿੰਦੇ ਹਾਂ ਜੀ ਬਈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਕਿ ਹੇ ਮਹਾਰਾਜ ਜਿੰਨਾ ਸਮੁੰਦਰਾਂ ਦੇ ਵਿੱਚ ਸਾਗਰਾਂ ਦੇ ਵਿੱਚ ਨੀਰ ਆ, ਇੰਨੇ ਸਾਡੇ ਵਿੱਚ ਔਗਣ ਨੇ। ਕਹਿਣ ਦੀ ਗੱਲ ਵੱਖਰੀ ਹੈ ਸਾਧ ਸੰਗਤ ਜੀ, ਪਰ ਜੇ ਕੋਈ ਸਾਨੂੰ ਸਾਡਾ ਔਗਣ ਦੱਸੇ ਵੀ ਫਲਾਣਾ ਸਿਆਂ ਤੇਰੇ ਵਿੱਚ ਇੰਨੇ ਔਗਣ ਨੇ ਭਾਈ, ਆਪਾਂ ਸੁਭਾਅ ਆਪਣਾ ਕਿਹੋ ਜਿਹਾ ਹੋ ਜਾਂਦਾ, ਆਪਾਂ ਕਦੇ ਕਹਿੰਦੇ ਹਾਂ ਵੀ ਮੁੜ ਕੇ ਉਹਨੂੰ ਬੁਲਾਉਂਦੇ ਨਹੀਂ ਛੇਤੀ ਚੰਗੀ ਤਰ੍ਹਾਂ, ਫਿਰ ਉਹਨੂੰ ਬੁਲਾਉਂਦੇ ਨਹੀਂ ਆਪਾਂ। ਕਿਉਂ ਮੈਂ ਹੋਂਦ ਆ ਵੀ ਮੈਨੂੰ ਕਿਉਂ ਕਹੀ ਇਹ ਗੱਲ ਵੀ ਮੇਰੇ ਵਿੱਚ ਇੰਨੇ ਔਗਣ ਨੇ। ਸੋ ਇਸ ਕਰਕੇ ਜਿਹੜਾ ਹੰਕਾਰ ਹੈ ਸਾਧ ਸੰਗਤ ਜੀ, ਉਹ ਮੇਰੀ ਨੂੰ ਖੁਦੀ ਨੂੰ ਮੇਟਣਾ, ਵੀ ਹਾਂ ਆਪਣਾ ਔਗਣ ਕਬੂਲਣਾ। ਜਿੰਨਾ ਚਿਰ ਆਪਾਂ ਆਪਣਾ ਔਗਣ ਨਹੀਂ ਕਬੂਲਦੇ, ਉਹਨਾਂ ਚਿਰ ਹੰਕਾਰ ਦੀ ਮਾਤਰਾ ਜਿਹੜੀ ਹੈ ਉਹ ਰਹਿੰਦੀ ਹੈ ਸਾਧ ਸੰਗਤ ਜੀ। ਜਦੋਂ ਆਪਾਂ ਆਪਣਾ ਔਗਣ ਕਬੂਲ ਕਰਨ ਲੱਗ ਗਏ, ਉਦੋਂ ਜਿਹੜੀ ਹੰਕਾਰ ਦੀ ਮਾਤਰਾ ਹੁੰਦੀ ਆ, ਮੈਂ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਜੇ ਕੋਈ ਆਪਾਂ ਨੂੰ ਦੱਸਦਾ ਵੀ ਫਲਾਣਾ ਸਿਆਂ ਸੋਮਾ ਸਿਆਂ ਤੇਰੇ ਵਿੱਚ ਇੰਨੇ ਔਗਣ ਨੇ ਭਾਈ, ਮੇਰਾ ਫਰਜ਼ ਬਣਦਾ ਵੀ ਮੈਂ ਉਹਦਾ ਧੰਨਵਾਦ ਕਰਾਂ। ਪਹਿਲੀ ਗੱਲ ਤਾਂ ਇਹ ਹੈ ਵੀ ਉਹਦਾ ਧੰਨਵਾਦ, ਭਰਾ ਮੇਰੀ ਭੈਣ ਮੇਰੀ ਵੀਰ ਤੇਰਾ ਧੰਨਵਾਦ ਆ, ਤੂੰ ਮੇਰਾ ਔਗਣ ਦੱਸਿਆ ਅਤੇ ਹੁਣ ਮੈਂ ਇਹ ਔਗਣ ਦਾ ਸੁਧਾਰ ਕਰਾਂਗਾ। ਇਹ ਹੁੰਦਾ ਸਾਧ ਸੰਗਤ ਜੀ ਜਿਹੜਾ ਹੰਕਾਰ ਨੂੰ ਨਿਮਰਤਾ ਵਿੱਚ, ਹੰਕਾਰ ਨੂੰ ਘਟਾਉਣਾ, ਖੁਦੀ ਨੂੰ ਆਪਣਾ ਔਗਣ ਕਬੂਲ ਲੈਣਾ। ਉਹ ਆਪਣੇ ਔਗਣ ਕਬੂਲਣ ਦੇ ਨਾਲ ਜਿਹੜਾ ਹੰਕਾਰ ਹੁੰਦਾ ਸਾਡਾ ਸਾਧ ਸੰਗਤ ਜੀ ਘਟ ਜਾਂਦਾ, ਮਾਤਰਾ ਘਟ ਜਾਂਦੀ ਹੈ। ਇਸ ਕਰਕੇ ਜੇ ਕੋਈ ਸਾਨੂੰ ਸਾਡਾ ਔਗਣ ਦੱਸਦਾ ਵੀ ਫਲਾਣਾ ਸਿਆਂ ਤੇਰੇ ਵਿੱਚ ਇਹ ਔਗਣ ਨੇ ਭਾਈ, ਤੂੰ ਦੂਰ ਕਰ ਇਹਨਾਂ ਨੂੰ, ਉਹਦਾ ਪਹਿਲੀ ਗੱਲ ਵਿਸ਼ੇਸ਼ ਹਿਰਦੇ ਵਿੱਚੋਂ ਧੰਨਵਾਦ ਕਰਨਾ ਚਾਹੀਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੂੰ ਮੇਰੇ ਔਗਣ ਯਾਦ ਕਰਾਏ, ਪਰ ਹੁਣ ਮੈਂ ਕੋਸ਼ਿਸ਼ ਅੱਜ ਤੋਂ ਉਹੀ ਕੋਸ਼ਿਸ਼ ਕਰਦਾ ਵੀ ਇਹ ਔਗਣ ਮੈਂ ਮੁੜ ਕੇ ਨਹੀਂ ਕਰਦਾ। ਸੋ ਇਸ ਤਰ੍ਹਾਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਧ ਸੰਗਤ ਜੀ, ਇਹ ਤਬਦੀਲ ਹੋ ਜਾਂਦੇ ਨੇ। ਇਹ ਸਚਿਆਰ ਜੀਵਨ ਵਾਸਤੇ ਇਹਨਾਂ ਦੇ ਨਾਲ ਹੀ ਜੀਵਨ ਨੇ ਸਚਿਆਰ ਬਣਨਾ, ਇਹਨਾਂ ਕਰਕੇ ਹੀ ਜੀਵਨ ਨੇ ਵਿਗੜ ਜਾਣਾ ਹੁੰਦਾ। ਸੋ ਇਸ ਕਰਕੇ ਆਪਾਂ ਕਰਨੀ ਆ ਕੋਸ਼ਿਸ਼ ਸਚਿਆਰ ਹੋਣ ਦੀ। ਆਪਾਂ ਆਪਣੇ ਜੀਵਨ ਦਾ ਖਿਲਾਰਾ ਨਹੀਂ ਪਾਉਣਾ ਬਹੁਤਾ, ਆਪਾਂ ਆਪਣੇ ਜੀਵਨ ਨੂੰ ਕਰਨਾ ਸਚਿਆਰ, ਵੀ ਸਚਿਆਰਾਂ ਵਾਲਾ ਜੀਵਨ ਹੈ ਜਿਹੜਾ ਉਹ ਬਤੀਤ ਹੋ ਜਾਵੇ। ਸੋ ਇਸ ਕਰਕੇ ਫਿਰ ਜਿਹੜੀ ਇਹਨਾਂ ਦੀ, ਜਿਵੇਂ ਆਪਾਂ ਕਹਿ ਦਿੰਦੇ ਵੀ ਡਿਗਰੀ ਘਟਾ ਦਿਓ ਕਿਸੇ ਚੀਜ਼ ਦੀ ਹੈ, ਜਿਵੇਂ ਦਵਾਈ ਹੈ, ਇੱਕ ਗੋਲੀ ਲੈਣੀ ਆ, ਫਿਰ ਡਾਕਟਰ ਕਹਿੰਦੇ ਵੀ ਅੱਧੀ ਕਰ ਦਿਓ ਹੁਣ ਠੀਕ ਹੈ। ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਦੋਂ ਡਿਗਰੀ ਘਟ ਜਾਂਦੀ, ਜਿਵੇਂ 100% ਹੈ ਜਾਂ 90 ਕਹਿ ਦਿਓ, ਇਹਦੀ ਡਿਗਰੀ ਘਟ ਕੇ 30% 'ਤੇ ਜਦੋਂ ਆ ਜਾਂਦੀ ਹੈ, ਫਿਰ ਸਚਿਆਰ ਵੱਲ ਨੂੰ ਜੀਵਨ ਜਿਹੜਾ ਉਹ ਵੱਧਦਾ ਚਲਾ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਨੂੰ ਆਪਾਂ ਸੰਜਮ ਦੇ ਵਿੱਚ ਰੱਖਣਾ ਸਾਰਿਆਂ ਨੂੰ, ਵੀ ਇਹ ਨਹੀਂ ਹੈ ਵੀ ਜਿੰਨਾ ਆਪਾਂ ਨੂੰ ਲੋੜ ਆ ਘਰ ਬਣ ਗਿਆ, ਜਿੰਨੀ ਕੁ ਲੋੜ ਆ ਮਾਇਆ ਗੁਜਰਾਨ ਚੱਲਦੀ ਆ, 4 ਪੈਸੇ ਜਮ੍ਹਾਂ ਵੀ ਨੇ ਕਾਰਜਾਂ ਵਾਸਤੇ, ਹੋਰ ਢਿੱਲ ਮੱਠ ਵਾਸਤੇ। ਸੋ ਇਹਦੇ ਨਾਲ ਸਾਧ ਸੰਗਤ ਜੀਵਨ ਆ ਜਿਹੜਾ ਬਹੁਤ ਸੋਹਣਾ ਚੱਲੀ ਜਾਂਦਾ ਹੁੰਦਾ। ਜਦੋਂ ਆਪਾਂ ਕਹਿੰਦੇ ਹਾਂ ਵੀ ਨਹੀਂ ਇਹ ਵੀ ਘਰ ਬਣ ਗਿਆ ਠੀਕ ਹੈ, ਆਪਣਾ ਫਲਾਣੇ ਸ਼ਹਿਰ ਵਿੱਚ ਵੀ ਹੋਵੇ, ਫਲਾਣੇ 'ਚ ਵੀ ਹੋਵੇ, ਫਲਾਣੇ 'ਚ, ਫਿਰ ਜਿਹੜੀ ਜੀਵਨ ਦੀ ਭੱਜ ਦੌੜ ਆ ਸਾਧ ਸੰਗਤ ਜੀ ਬਹੁਤੀ ਜ਼ਿਆਦਾ ਹੋ ਜਾਂਦੀ ਹੈ।
ਸੋ ਇਸ ਕਰਕੇ ਸੰਜਮ ਜੀਵਨ ਹੈ ਜਿਹੜਾ, ਸਚਿਆਰਾਂ ਵਾਲਾ ਜੀਵਨ ਹੈ, ਬਹੁਤ ਹੀ ਵਧੀਆ ਜੀਵਨ ਹੈ ਸਾਧ ਸੰਗਤ ਜੀ। ਵੈਸੇ ਮਨੁੱਖ ਦੀ ਆਪਣੀ ਮਰਜ਼ੀ ਹੁੰਦੀ, ਉਹਨੇ ਕਿਹੋ ਜਿਹਾ ਜੀਵਨ ਜੀਣਾ। ਜਿਹੜਾ ਬਹੁਤ ਹੀ ਭੱਜ ਦੌੜ ਵਾਲਾ ਜੀਵਨ ਹੈ, ਉਹ ਸਾਧ ਸੰਗਤ ਜੀ ਉਹਦੇ ਵਿੱਚ ਆਪਣਾ ਜੀਵਨ ਦਾ ਜਿਹੜਾ ਆਨੰਦ ਨਹੀਂ ਪ੍ਰਾਪਤ ਹੁੰਦਾ। ਜੀਵਨ ਤਾਂ ਲੋਕ ਬਤੀਤ ਕਰਦੇ ਹੀ ਆ, ਕਰਦੇ ਆਏ ਨੇ, ਕਰਦਿਆਂ ਨੇ ਚਲੇ ਜਾਣਾ। ਪਰ ਜਿਹੜਾ ਆਪਣਾ ਸੰਤੋਖੀ ਜਿਹਾ ਜੀਵਨ ਹੁੰਦਾ, ਇਹਦੇ ਵਿੱਚ ਕਾਰ ਵਿਵਹਾਰ ਵੀ ਵਧੀਆ ਚੱਲੀ ਜਾਂਦਾ, ਲੋਕਾਂ ਨਾਲ ਮਿਲਵਰਤਨ ਵੀ ਵਧੀਆ ਹੋਈ ਜਾਂਦਾ, ਅਤੇ ਆਪਣਾ ਜੀਵਨ ਵੀ ਸਚਿਆਰ ਹੋਈ ਜਾਂਦਾ ਹੈ। ਸੋ ਇਸ ਕਰਕੇ ਆਪੋ ਆਪਣੀ ਇੱਛਾ ਦੇ ਅਨੁਸਾਰ ਹੀ ਜੀਵਨ ਹੈ ਜਿਹੜਾ ਲੋਕ ਬਤੀਤ ਕਰਦੇ ਨੇ। ਪਰ ਸਚਿਆਰ ਹੋਣ ਵਾਸਤੇ, ਸੰਚਾਰ ਜੀਵਨ ਵਾਸਤੇ ਸੰਤੋਖੀ ਜੀਵਨ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਲੋਭੀ ਜੀਵਨ ਹੈਗੇ ਨੇ ਸਾਧ ਸੰਗਤ ਜੀ। ਫਿਰ ਉਹ ਤਾਂ ਹੁਣ ਦੁਨੀਆ ਦੇਖੋ ਕਿੰਨੀ ਗਿਣਤੀ ਹੈ ਦੁਨੀਆ ਦੀ, ਦਿਨੋਂ ਦਿਨ ਵੱਧਦੀ ਹੀ ਜਾਂਦੀ ਹੈ। ਆਪੋ ਆਪਣਾ ਇੱਛਾ ਹੈ ਮਨੁੱਖ ਨੇ ਕਿਹੋ ਜਿਹਾ ਆਪੋ ਆਪਣਾ ਜੀਵਨ ਜੀਣਾ ਹੈ। ਸੋ ਆਪਾਂ ਇਹੀ ਬੇਨਤੀ ਕਰਨੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ, ਸਾਡਾ ਜੀਵਨ ਬਸ ਸੰਤੋਖੀ ਜੀਵਨ ਬਣਿਆ ਰਹੇ, ਅਤੇ ਜਿਹਦੇ ਨਾਲ ਸਾਡੀ ਦੇਹੀ ਦਾ ਵੀ ਭਲਾ ਹੋ ਜਾਂਦਾ, ਪਰਿਵਾਰ ਦਾ ਵੀ ਭਲਾ ਹੋ ਜਾਂਦਾ, ਸਾਡਾ ਆਪਣਾ ਵੀ ਭਲਾ ਹੋ ਜਾਂਦਾ। ਅਤੇ ਭੱਜ ਨੱਠ, ਬਹੁਤੀ ਭੱਜ ਨੱਠ ਅਤੇ ਨਾ ਵਿੱਚ ਵੀ ਫਰਕ ਪੈ ਜਾਂਦਾ ਸਾਧ ਸੰਗਤ। ਸੋ ਇਸ ਕਰਕੇ ਬੇਨਤੀ ਵੀ ਕਰਨੀ ਆ। ਪਹਿਲੀ ਗੱਲ ਪ੍ਰਥਮ ਆਪਣਾ ਉੱਦਮ, ਫਿਰ ਬੇਨਤੀਆਂ ਵੀ ਕਰਦੇ ਹਾਂ ਆਪਾਂ। ਜਿਵੇਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ, ਹੇ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਪਰਿਵਾਰ ਦਾ, ਮੇਰਾ ਜੀਵਨ, ਮੇਰੇ ਪਰਿਵਾਰ ਦਾ ਜੀਵਨ ਸੰਤੋਖੀ ਬਣਿਆ ਰਹੇ। ਇਹ ਦੁਆ ਸਾਧ ਸੰਗਤ ਜੀ, ਇਹ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ। ਅੱਜ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।